ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੱਗੀ ਢਿੱਲੋਂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ। ਅਸੀਂ ਸ਼ਾਇਦ ਬਹੁਤ ਜ਼ਿਆਦਾ ਇਸ ਦੇ ਬਾਰੇ ਡਿਟੇਲ 'ਚ ਨਹੀਂ ਜਾਣਦੇ, ਪਰ ਜੋ ਜਨਵਰੀ ਔਰ ਫਰਵਰੀ ਦੇ ਜੋ ਰੀਅਲ ਅਸਟੇਟ ਦੇ ਫਿਗਰਸ ਦੇਖੇ ਜਾ ਰਹੇ ਆ, ਉਹਨਾਂ ਨੇ ਸਾਰਿਆਂ ਨੂੰ ਹੀ ਐਕਸਪਰਟਸ ਨੂੰ ਵੀ ਬਹੁਤ ਵੱਡਾ ਝਟਕਾ ਦਿੱਤਾ ਹੈ। ਤੇ ਇਹ ਕੀ ਹੈ ਤੇ ਕਿਉਂ ਹੈ ਰੀਅਲ ਅਸਟੇਟ ਦੇ ਵਿੱਚ ਇਹ ਝਟਕਾ, ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਰੀਅਲ ਅਸਟੇਟ ਦੇ ਵਿੱਚ ਬਹੁਤ ਵੱਡਾ ਨਾਂ ਜਤਿੰਦਰ ਚੀਮਾ ਜੀ ਅੱਜ ਸਾਡੇ ਕੋਲ ਸਟੂਡੀਓ 'ਚ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਤੇ ਜੀ ਆਇਆਂ ਨੂੰ ਜੀ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਤੇ ਮੈਂ ਦੇਖ ਰਿਹਾ ਸੀਗਾ ਜੀ, ਔਰ ਜਰਨਲ ਵੀ ਚਰਚਾ ਬਹੁਤ ਇਸ ਟੌਪਿਕ ਤੇ ਹੋ ਰਹੀ ਆ ਕਿ ਰੀਅਲ ਅਸਟੇਟ ਦੇ ਵਿੱਚ ਖਾਸ ਕਰਕੇ ਜਿਹੜੀ ਇਸ ਸਾਲ ਦੀ ਜਨਵਰੀ ਔਰ ਫਰਵਰੀ ਸੀਗੀ, ਠੀਕ ਹੈ ਜੀ, ਉਹ ਫਿਗਰਸ ਇਹ ਨਹੀਂ ਹੁੰਦੇ ਜੋ ਅੱਜ ਦੇਖਣ ਚ ਆ ਰਹੇ ਆ। ਬਿਲਕੁਲ ਠੀਕ ਹੈ ਸਰ। ਤੇ ਉਹ ਕੀ ਫਿਗਰਸ ਨੇ ਤੇ ਉਹਨਾਂ ਦੇ ਪਿੱਛੇ ਕੀ ਕਾਰਨ ਹੈ ਜੀ? ਢਿੱਲੋਂ ਸਾਹਿਬ ਤੁਹਾਡਾ ਸਵਾਲ ਬੜਾ ਵਧੀਆ ਵਾ, ਔਰ ਮੋਸਟਲੀ ਲੋਕੀ ਬੜੇ ਇਸ ਵੇਲੇ ਪਜ਼ਲ ਨੇ ਇਸ ਗੱਲ ਤੋਂ, ਵੱਡੇ ਵੱਡੇ ਮਾਹਿਰ ਵੀ ਪਜ਼ਲ ਨੇ ਕਿ ਰੀਅਲ ਸਟੇਟ ਦੇ ਵਿੱਚ ਕਿਉਂ ਹੋ ਰਿਹਾ। ਮੈਂ ਥੋੜ੍ਹੀ ਜਿਹੀ ਤੁਹਾਨੂੰ ਬੈਕਗਰਾਊਂਡ ਵੱਲ ਲੈ ਕੇ ਜਾਣਾ ਚਾਹਾਂਗਾ ਜੀ। ਅਗਰ ਤੁਸੀਂ ਯਾਦ ਕਰੋ ਮਈ 2020 ਦੇ ਵਿੱਚ ਜਦੋਂ ਇਹ ਪੈਂਡੈਮਿਕ ਪੂਰੇ ਸਿਖਰਾਂ ਦੇ ਉੱਤੇ ਸੀਗਾ, ਤਾਂ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ, ਜਿਹੜੀ ਕਿ ਇੱਕ ਕਰਾਊਨ ਕਾਰਪੋਰੇਸ਼ਨ ਹੈ, ਉਹਨਾਂ ਦੀ ਇੱਕ ਪ੍ਰੈਡਿਕਸ਼ਨ ਆਈ ਸੀਗੀ ਕਿ ਜਿਹੜਾ ਇਹ ਪੈਂਡੈਮਿਕ ਹੈ, ਜਿਹੜਾ ਕੋਵਿਡ-19 ਹੈ, ਇਹਦੇ ਜਿਹੜੇ ਰਿਜ਼ਲਟ ਨੇ ਹਾਊਸਿੰਗ ਉੱਤੇ ਬੜੇ ਮਾੜੇ ਪੈਣ ਦੀ ਸੰਭਾਵਨਾ ਵਾ। ਔਰ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਕਿ ਕੈਨੇਡਾ ਵਾਈਜ਼ ਡਿਫਰੈਂਟ ਏਰੀਆਜ਼ ਦੇ ਵਿੱਚ 9 ਤੋਂ ਲੈ ਕੇ 19% ਤੱਕ ਜਿਹੜੇ ਆ, ਯਾਨੀ ਕਿ ਆਲਮੋਸਟ ਡਬਲ ਡਿਜਿਟ ਦੇ ਵਿੱਚ ਜਿਹੜੇ ਹਾਊਸਿੰਗ ਪ੍ਰਾਈਸ ਦੇ ਵਿੱਚ ਕਰੈਕਸ਼ਨ ਆਏਗੀ। ਠੀਕ ਹੈ ਜੀ। ਉਸ ਨਿਊਜ਼ ਤੋਂ ਬਾਅਦ ਜਦੋਂ ਤੁਸੀਂ ਜਿਵੇਂ ਸਾਹਿਬ ਕਰੈਕਸ਼ਨ ਦੀ ਗੱਲ ਕਰਦੇ ਹੋ ਤਾਂ ਮਤਲਬ ਕਿ ਡੀ ਗਰੋਥ ਆਏਗੀ ਜੀ। ਬਿਲਕੁਲ, ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਪ੍ਰਾਈਸ ਇਸ ਵੇਲੇ ਮਾਰਕੀਟ 'ਚ ਉਸ ਵੇਲੇ ਚੱਲ ਰਹੇ ਸੀਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਡਬਲ ਡਿਜਿਟ ਕਰੈਕਸ਼ਨ ਦਾ ਮਤਲਬ ਹੈ ਕਿ ਪ੍ਰਾਈਸਿਸ ਜਿਹੜੇ ਆ ਕਰੈਸ਼ ਕਰ ਜਾਣਗੇ। ਔਰ ਉਹ ਇੱਕ ਬੜੀ ਹੀ ਸੀਰੀਅਸ ਪ੍ਰੈਡਿਕਸ਼ਨ ਸੀਗੀ, ਬੜੀ, ਕਿਉਂਕਿ ਵੇਖੋ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ ਇੱਕ ਬਹੁਤ ਵੱਡੀ ਕਰਾਊਨ ਕਾਰਪੋਰੇਸ਼ਨ ਹੈ ਜਿਹੜੀ ਰੀਅਲ ਸਟੇਟ ਨਾਲ ਡਾਇਰੈਕਟਲੀ ਰਿਲੇਟਡ ਹੈ ਜੀ। ਤਾਂ ਉਸ ਤੋਂ ਬਾਅਦ ਇੱਕਦਮ ਲੋਕਾਂ ਵਿੱਚ ਵੀ ਘਬਰਾਹਟ ਹੋਈ, ਰੀਅਲ ਸਟੇਟ ਇੰਡਸਟਰੀ ਵਿੱਚ ਵੀ ਹੋਈ। ਲੇਕਿਨ ਉਸ ਵੇਲੇ ਵੀ ਕੁਝ ਮਾਹਿਰਾਂ ਨੇ ਉਸ ਚੀਜ਼ ਉੱਤੇ ਓਬਜੈਕਸ਼ਨ ਕੀਤਾ ਸੀਗਾ ਕਿ ਪੋਸੀਬਲ ਨਹੀਂ ਹੈਗਾ ਕਿ ਡਬਲ ਡਿਜਿਟ ਦੇ ਵਿੱਚ ਘਰ ਪ੍ਰਾਈਸ ਕਰੈਕਸ਼ਨ ਆਏਗੀ। ਜੋ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਸਟੇਟਸ ਚੱਲ ਰਿਹਾ ਸੀ, ਅਸੀਂ ਸਹੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੈਨੇਡਾ ਇੱਕ ਇਮੀਗ੍ਰੈਂਟ ਕੰਟਰੀ ਆ, ਜਿੱਥੇ ਹਰ ਸਾਲ ਇਮੀਗ੍ਰੇਸ਼ਨ ਜਿਹੜੀ ਆ ਹੁੰਦੀ ਆ ਅਤੇ ਹਮੇਸ਼ਾ ਘਰਾਂ ਦੀ ਡਿਮਾਂਡ ਰਹਿੰਦੀ ਆ। ਲੇਕਿਨ ਪੈਂਡੈਮਿਕ ਇੱਕ ਨਵੀਂ ਚੀਜ਼ ਸੀ ਕੋਵਿਡ-19 ਵਰਲਡ ਦੇ ਵਾਸਤੇ। ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਕਿ ਇਹੋ ਜਿਹਾ ਵੀ ਟਾਈਮ ਆਏਗਾ ਕਿ ਪਲੇਨ ਵੀ ਰੁਕ ਜਾਣਗੇ ਜੀ, ਦੁਨੀਆ ਇੱਕ ਜਗ੍ਹਾ ਤੱਕ ਰੁਕ ਜਾਏਗੀ। ਉਸ ਤੋਂ ਬਾਅਦ ਹੋਇਆ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ ਤਾਂ ਗੌਰਮੈਂਟ ਨੇ, ਤੁਹਾਨੂੰ ਯਾਦ ਹੋਊਗਾ ਕਿ ਗੌਰਮੈਂਟ ਨੇ ਡਿਕਲੇਅਰ ਕੀਤਾ, ਅਲੱਗ-ਅਲੱਗ ਗੌਰਮੈਂਟ ਨੇ ਔਰ ਆਪਣੀ ਫੈਡਰਲ ਗੌਰਮੈਂਟ ਨੇ ਵੀ ਡਿਕਲੇਅਰ ਕੀਤਾ ਕਿ ਵੀ ਵਿਲ ਹੈਲਪ ਦਾ ਪੀਪਲ ਟੂ ਸਰਵਾਈਵ ਦਿਸ ਪੀਰੀਅਡ, ਜਿਹਦੇ ਵਿੱਚ ਉਹਨਾਂ ਨੇ ਸਰਬ ਆਇਆ। ਠੀਕ ਹੈ ਜੀ। ਉਹਨਾਂ ਨੇ ਵੇਜ ਸਬਸਿਡੀ ਲਿਆਂਦੀ, ਉਹਨਾਂ ਨੇ ਰੈਂਟਲ ਸਬਸਿਡੀ ਲਿਆਂਦੀ, ਜਿਹਦੇ ਕਰਕੇ ਇੱਕ ਤਾਂ ਲੋਕਾਂ ਦੀ ਐਕਟੀਵਿਟੀ ਬਿਲਕੁਲ ਰੁਕ ਗਈ, ਟਰੈਵਲਿੰਗ ਖਤਮ ਹੋ ਗਈ, ਲੋਕ ਘਰਾਂ 'ਚ ਬੈਠ ਗਏ, ਹੋਮ ਟੂ ਵਰਕ ਹੋ ਗਿਆ ਸਾਰਾ। ਔਰ ਇਸ ਤੋਂ ਇਲਾਵਾ ਜਿਹੜੀ ਏਡ ਮਿਲਣੀ ਸ਼ੁਰੂ ਹੋ ਗਈ ਲੋਕਾਂ ਨੂੰ। ਸੈਕੰਡ ਚੀਜ਼ ਤੁਹਾਨੂੰ ਯਾਦ ਹੋਊਗਾ ਕਿ ਕਿਉਂਕਿ ਗੌਰਮੈਂਟ ਨੂੰ, ਫੈਡਰਲ ਗੌਰਮੈਂਟ ਨੂੰ ਬਹੁਤ ਚਿੰਤਾ ਸੀਗੀ ਲੋਕੀ ਆਪਣੀਆਂ ਕਿਤੇ ਮੌਰਗੇਜ ਮਿਸ ਨਾ ਕਰਨ, ਡਿਫੌਲਟ ਨਾ ਕਰਨ, ਤਾਂ ਉਹਨਾਂ ਨੇ ਜਿੰਨੇ ਇੰਸਟੀਚਿਊਟ ਸੀਗੇ ਉਹਨਾਂ ਨਾਲ ਗੱਲ ਕਰਕੇ ਇਹ ਡਿਕਲੇਅਰ ਕੀਤਾ ਕਿ ਆਪਾਂ ਜਿਹੜੀਆਂ ਮੌਰਗੇਜ ਨੇ ਉਹ ਡੈਫਰਲ ਕੀਤੀਆਂ ਜਾਣ। ਠੀਕ ਹੈ ਜੀ। ਸੋ ਮੋਸਟਲੀ ਬੈਂਕਿੰਗ ਇੰਸਟੀਚਿਊਟਸ ਨੇ ਲੋਕਾਂ ਨੂੰ ਇਹ ਆਪਸ਼ਨ ਦਿੱਤੀ ਕਿ ਤੁਸੀਂ ਆਪਣੀਆਂ ਮੌਰਗੇਜ ਡੈਫਰਲ ਕਰ ਸਕਦੇ ਹੋ। ਤਾਂ 6-6 ਮਹੀਨੇ ਲਈ ਗਈ, ਜਿਹੜੇ ਲੋਕਾਂ ਨੂੰ ਇਹ ਲੱਗਾ ਕਿ ਅਸੀਂ ਨਹੀਂ ਦੇ ਸਕਦੇ ਤਾਂ ਉਹਨਾਂ ਨੇ ਉਹ ਡੈਫਰਲ ਕਰ ਦਿੱਤੀਆਂ। ਥਰਡ ਜਿਹੜਾ ਇੱਕ ਹੋਰ ਚੀਜ਼ ਹੋਈ ਕਿ ਤੁਸੀਂ ਨੈਚੁਰਲੀ ਜਾਣਦੇ ਹੋ ਕਿ ਉਦੋਂ ਬੈਂਕ ਆਫ ਕੈਨੇਡਾ ਨੇ ਆਪਣੇ ਜਿਹੜੇ ਲੈਂਡਿੰਗ ਓਵਰਨਾਈਟ ਲੈਂਡਿੰਗ ਰੇਟ ਸੀ ਉਹ ਘਟਾਉਣੇ ਸ਼ੁਰੂ ਕਰ ਦਿੱਤੇ ਸੀ, ਜਿਹੜੇ ਕਿ ਉਸ ਵੇਲੇ ਆਲਮੋਸਟ ਮੇਰੇ ਖਿਆਲ 1.5 ਦੇ, ਜੇ ਮੈਂ ਗਲਤ ਨਹੀਂ ਤਾਂ 1.5% ਸੀਗੇ ਬਿਫੋਰ ਪੈਂਡੈਮਿਕ, ਜਿਹੜੇ ਘਟਦੇ 0.25 ਤੇ ਅੱਜ ਵੀ ਨੇ, 0.25 ਤੇ ਅੱਜ ਵੀ ਸਟੈਂਡ ਕਰ ਰਹੇ ਨੇ। ਸੋ ਇਹਨਾਂ ਤਿੰਨਾਂ ਚੀਜ਼ਾਂ ਦਾ ਅਸਰ ਇਹ ਹੋਇਆ ਕਿ ਪਹਿਲਾਂ ਤਾਂ ਜਿਹੜੀ ਗੌਰਮੈਂਟ ਏਡ ਕਰਕੇ ਲੋਕਾਂ ਦੀ ਕੋਲ ਪੈਸਾ ਆ ਗਿਆ। ਸੋ ਤੁਸੀਂ ਪ੍ਰਾਈਮ ਪਲੱਸ ਹਾਂਜੀ, ਮੈਂ ਨਹੀਂ, ਪ੍ਰਾਈਮ ਇੱਕ ਡਿਫਰੈਂਟ ਚੀਜ਼ ਹੈ। ਓਵਰਨਾਈਟ ਲੈਂਡਿੰਗ ਰੇਟ ਹੁੰਦਾ ਢਿੱਲੋਂ ਸਾਹਿਬ ਵੀ ਜਿਹੜਾ ਬੈਂਕ ਆਫ ਕੈਨੇਡਾ ਵਾ, ਜਿਹੜਾ ਕਿ ਸੈਂਟਰਲ ਬੈਂਕ ਹੈ, ਜਿਹੜਾ ਸਾਰੀ ਪੋਲਿਸੀ ਡਿਕਲੇਅਰ ਕਰਦਾ ਵਾ, ਉਹਦੇ ਕੋਲ ਜੇ ਦੂਸਰੇ ਬੈਂਕ ਅਗਰ ਪੈਸਾ ਰੱਖਦੇ ਆ ਤਾਂ ਉਹ ਇੱਕ ਨਾਈਟ ਦਾ ਜਿਹੜਾ ਰੇਟ ਆ ਉਹ 0.25% ਓਵਰ ਲੈਂਡਿੰਗ, ਯਾਨੀ ਕਿ ਇੱਕ ਰਾਤ ਵਾਸਤੇ ਤੁਸੀਂ ਪੈਸਾ ਰੱਖਿਆ ਤਾਂ 0.25 ਰੇਟ ਆਫ ਇੰਟਰਸਟ ਹੈ। ਠੀਕ ਹੈ ਜੀ।
ਜਦ ਕਿ ਅਮਰੀਕਾ ਵਿੱਚ ਇਸ ਵੇਲੇ ਜ਼ੀਰੋ ਚੱਲ ਰਿਹਾ, ਤੁਹਾਡੀ ਨੌਲੇਜ ਵਾਸਤੇ। ਹਾਂਜੀ ਹਾਂਜੀ। ਤੇ ਇਹ ਤਿੰਨਾਂ ਚੀਜ਼ਾਂ ਦਾ ਅਸਰ ਇਹ ਹੋਇਆ ਕਿ ਇੱਕ ਲੋਕਾਂ ਦੇ ਕੋਲ ਇੱਕ ਲਿਕੁਇਡਿਟੀ ਕ੍ਰਾਈਸਿਸ ਆ ਗਿਆ। ਲਿਕੁਇਡਿਟੀ ਕ੍ਰਾਈਸਿਸ ਇਹ ਨਹੀਂ ਆਇਆ ਕਿ ਪੈਸੇ ਘਟ ਗਏ। ਅੱਜ ਦੀ ਜਿਹੜੀਆਂ ਲੇਟੈਸਟ ਜੋ ਫਿਗਰਸ ਆ ਰਹੀਆਂ ਨੇ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਵੇਲੇ USA ਦੇ ਵਿੱਚ ਆਲਮੋਸਟ 1.13 ਟ੍ਰਿਲੀਅਨ, ਠੀਕ ਹੈ। ਔਰ ਕੈਨੇਡਾ ਦੇ ਵਿੱਚ 220 ਬਿਲੀਅਨ ਕੈਨੇਡੀਅਨ ਡਾਲਰ ਦੀ ਗੱਲ ਕਰ ਰਹੇ ਹਾਂ, ਜਿਹਨੂੰ ਕਨਵਰਟ ਕਰੋ ਤਾਂ 163 ਬਿਲੀਅਨ US ਡਾਲਰ ਬਣਦੇ ਆ, ਜਿਹੜਾ ਲਿਕੁਇਡਿਟੀ ਪਈ ਹੈ ਬੈਂਕਾਂ ਦੇ ਵਿੱਚ। ਯਾਨੀ ਕਿ ਲੋਕਾਂ ਦਾ ਪੈਸਾ ਲੋਕਾਂ ਕੋ ਪਿਆ, ਹਾਰਡ ਕੈਸ਼ ਜਿਹਨੂੰ ਕਹਿੰਦੇ। ਲਿਕੁਇਡਿਟੀ ਮੀਨ ਹਾਰਡ ਕੈਸ਼ ਜਿਹੜਾ ਤੁਸੀਂ ਠੀਕ ਜਾ ਹੈ। ਕੇ ਇਮੀਡੀਏਟ ਐਨਕੈਸ਼ ਕਰ ਸਕਦੇ ਹੋ। ਉਹ ਕੋਈ ਵੀ ਇਹੋ ਜਿਹਾ ਜਾਂ ਕੋਈ ਇਹੋ ਜਿਹੇ ਬਿਜ਼ਨਸ ਦੇ ਮੰਨ ਲਓ ਐਸੈਟਸ ਹੋਣ ਜਿਹੜੇ ਤੁਸੀਂ ਰਾਈਟ ਵੇ ਕੈਸ਼ ਕਰ ਸਕਦੇ ਹੋ ਵਿਦਆਊਟ ਅਫੈਕਟਿੰਗ ਦੇਅਰ ਮਾਰਕੀਟ ਪ੍ਰਾਈਸ। ਸੋ ਉਸ ਲਿਕੁਇਡਿਟੀ ਕਰਕੇ ਇਹ ਹੋਇਆ ਕਿ ਲੋਕਾਂ ਨੇ ਜਦੋਂ 2-3 ਮਹੀਨੇ ਬੀਤੇ, ਲੋਕਾਂ ਨੂੰ ਥੋੜਾ ਜਿਹਾ ਜਿਹੜਾ ਪੈਂਡੈਮਿਕ ਤੋਂ ਰਿਸਟ੍ਰਿਕਸ਼ਨ ਹਟਣੀਆਂ ਸ਼ੁਰੂ ਹੋਈਆਂ ਜੀ, ਤਾਂ ਲੋਕਾਂ ਦਾ ਧਿਆਨ ਰੀਅਲ estate ਵੱਲ ਗਿਆ ਕਿ ਇਸ ਪੈਸੇ ਨੂੰ ਅਸੀਂ ਕਿੱਥੇ ਯੂਜ਼ ਕੀਤਾ ਜਾਏ। ਦ ਰੀਜ਼ਨ ਬੀਇੰਗ ਕੀ ਸੀਗਾ, ਟਰੈਵਲਿੰਗ ਖਤਮ ਹੋ ਚੁੱਕੀ ਸੀਗੀ, ਰੈਸਟੋਰੈਂਟ ਬੰਦ ਹੋ ਚੁੱਕੇ ਸੀਗੇ, ਲੋਕਾਂ ਦਾ ਇੱਕ ਦੂਸਰੇ ਵੱਲ ਆਉਣਾ ਜਾਣਾ, ਪਾਰਟੀਆਂ ਖਤਮ ਹੋ ਚੁੱਕੀਆਂ ਸੀਗੀਆਂ। ਲੋਕਾਂ ਕੋਲ ਇੱਕੋ ਇੱਕ ਸੀ ਕਿ ਉਹ ਪੈਸੇ ਨੂੰ ਕਿੱਥੇ ਯੂਜ਼ ਕੀਤਾ ਜਾਏ, ਤਾਂ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਰੀਅਲ estate 'ਚ ਇਨਵੈਸਟਮੈਂਟ ਕੀਤੀ ਜਾਵੇ। ਤਾਂ ਤੁਸੀਂ ਯਾਦ ਹੋਏਗਾ ਜੁਲਾਈ ਅਗਸਤ ਦੇ ਵਿੱਚ ਮਾਰਕੀਟ ਦੇ ਵਿੱਚ ਦੁਬਾਰਾ ਐਕਟੀਵਿਟੀ, ਜਦੋਂ ਸਮਰ ਸਟਾਰਟ ਹੁੰਦੀ ਹੈ ਤਾਂ ਹਾਊਸਿੰਗ ਦੇ ਵਿੱਚ ਦੁਬਾਰਾ ਇੱਕ ਐਕਟੀਵਿਟੀ ਸ਼ੁਰੂ ਹੋਈ, ਨੰਬਰ ਆਫ ਲਿਸਟਿੰਗਸ ਵੀ ਵਧੀਆਂ, ਨੰਬਰ ਆਫ ਬਾਇਰਸ ਮਾਰਕੀਟ ਦੇ ਵਿੱਚ ਆ ਗਏ, ਔਰ ਜਿਹੜਾ ਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਹਦਾ ਅਸਰ ਉਲਟਾ ਹੋਏਗਾ। ਅੱਜ ਵੀ ਜਿੰਨੇ ਵੀ ਆਰਥਿਕ ਮਾਹਿਰ ਨੇ ਉਹ ਹੈਰਾਨ ਨੇ ਕਿ ਪੈਂਡੈਮਿਕ ਦਾ ਹੀ ਸੋਚਿਆ ਕੀ ਸੀ ਤੇ ਉਹਦਾ ਰੀਅਲ estate ਉੱਤੇ ਅੱਜ ਯਾਨੀ ਕਿ ਰੀਅਲ estate ਇਸ ਸਟੇਜ ਤੇ ਪਹੁੰਚ ਚੁੱਕੀ ਹੈ ਕਿ ਇਹਨੂੰ ਆਪਾਂ ਓਵਰਹੀਟਡ ਕਹਿ ਰਹੇ ਹਾਂ। ਠੀਕ ਹੈ ਜੀ। ਮੈਂ ਦੇਖ ਰਿਹਾ ਸੀਗਾ ਕਾਫੀ ਮਾਹਰਾਂ ਦੇ ਜਿਹੜੇ ਆਰਟੀਕਲਸ ਜਿਹੜੇ ਨੇ ਜਾਂ ਸਟੇਟਮੈਂਟਸ ਜਿਹੜੀਆਂ ਆਈਆਂ ਸੀਗੀਆਂ ਕਿ ਇਸ ਵੇਲੇ ਅਲਬਰਟਾ ਦੀ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤੇ ਲਿਸਟ ਪ੍ਰਾਈਸ ਦੇ ਉੱਤੇ ਜਾਂ ਉਸ ਤੋਂ ਹਾਇਰ ਜਿਹੜੀ ਪ੍ਰਾਪਰਟੀ ਆ ਉਹ ਜਾ ਕੇ ਕੋਟ ਹੋ ਕੇ ਤੇ ਵਿਕ ਵੀ ਰਹੀ ਹੈ, ਜਿਹੜੀ ਕਿ ਸ਼ਾਇਦ ਮੈਂ ਵੀ ਪਿਛਲੇ ਅਗਰ ਜੇ ਬਹੁਤ ਲੰਬਾ ਅਰਸਾ ਨਾ ਦੇਖੀਏ 5-7 ਸਾਲ 10 ਸਾਲ ਪਿੱਛੇ ਜਾਈਏ ਤਾਂ ਇਹ ਸਿਚੁਏਸ਼ਨ ਨਹੀਂ ਸੀ ਹੈਗੀ ਕਿ ਜਿਹੜੀ ਪ੍ਰਾਈਸ ਤੇ ਘਰ ਲਿਸਟ ਹੁੰਦਾ ਸੀਗਾ ਉਸ ਤੋਂ ਜਾਂ ਉਸ ਤੋਂ ਉੱਪਰ ਪ੍ਰਾਈਸ ਜਿਹੜੀ ਆ ਉਹ ਉਹਨੂੰ ਮਿਲ ਜਾਂਦੀ ਸੀਗੀ ਸੈਲਰ ਨੂੰ। ਤੇ ਇਹਦਾ ਜਿਹੜੀ ਤੁਸੀਂ ਇਨਵੈਸਟਮੈਂਟ ਦੀ ਗੱਲ ਕਰ ਰਹੇ ਹੋ ਉਹ ਲਾਰਜਲੀ ਇਹਦਾ ਕਾਰਨ ਹੈ ਜੀ? ਨਹੀਂ ਢਿੱਲੋਂ ਸਾਹਿਬ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਦੱਸਦਾ ਕਿ ਸ਼ਾਇਦ ਦਰਸ਼ਕਾਂ ਲਈ ਵੀ ਬੜੀ ਇੰਟਰਸਟਿੰਗ ਹੋਏਗੀ ਕਿ ਜਿਹੜੇ ਹੁਣ ਡਾਟਾ ਕਲੈਕਟ ਕੀਤੇ ਗਏ ਆ ਉਹਦੇ ਵਿੱਚ ਉਹਨਾਂ ਨੇ ਇੱਕ ਡੈਮੋਗ੍ਰਾਫਿਕ ਫੈਕਟਰ, ਤੁਸੀਂ ਜਾਣਦੇ ਕਿ ਆਪਾਂ ਡਿਫਰੈਂਟ ਏਜਸ ਕੈਟੇਗਰੀਜ਼ ਦੇ ਵਿੱਚ ਆ, ਹਾਂਜੀ, ਉਹਨਾਂ ਨੇ ਇਹ ਦੇਖਿਆ ਕਿ ਸਭ ਤੋਂ ਵੱਧ ਜਿਹੜੀ ਬਾਇੰਗ ਕੀਤੀ ਗਈ ਆ ਉਹ 25 ਤੋਂ 35 ਸਾਲ ਦੀ ਏਜ ਦੇ ਜਿਹੜੇ ਯੰਗ ਕੈਨੇਡੀਅਨ ਸੀਗੇ। ਉਹਨਾਂ ਨੇ ਓਵਰਆਲ ਇੱਕ ਸਰਵੇ ਕੀਤਾ ਗਿਆ ਜਿਸ 'ਚੋਂ ਦੇ ਫਾਈਂਡ ਆਊਟ ਕਿ 25 ਤੋਂ ਲੈ ਕੇ 35 ਸਾਲ ਦੇ ਜੋ ਮੈਕਸੀਮਮ ਜਿਹੜੇ ਲੋਕ ਸੀ ਜਾਂ ਨਿਊ ਬਾਇਰ, ਫਸਟ ਟਾਈਮ ਹੋਮ ਬਾਇਰ, ਜਾਂ ਉਸ ਡੈਮੋਗ੍ਰਾਫਿਕ ਦੇ ਵਿੱਚ ਜਿਹੜੇ ਸਟੈਂਡ ਕਰਦੇ ਨੇ, ਉਹਨਾਂ ਨੇ ਸਭ ਤੋਂ ਵੱਧ ਬਾਇੰਗ ਕੀਤੀ। ਉਹਦਾ ਰੀਜ਼ਨ ਇਹ ਹੋਇਆ, ਉਹਦਾ ਰੀਜ਼ਨ ਕੀ ਸੀਗਾ ਕਿ ਉਹਨਾਂ ਨੇ ਜਿਹੜੇ ਫਿਗਰਸ ਕੀਤੀਆਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਅਗਰ ਮੈਂ ਤੁਹਾਨੂੰ ਇੱਕ ਹੋਰ ਫਿਗਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਆਪਣੇ ਵਿਊਅਰਸ ਦੇ ਨਾਲ ਵੀ ਕਿ ਜਿੰਨੇ 25 ਤੋਂ 35 ਸਾਲ ਦੇ ਕੈਨੇਡੀਅਨ ਨੇ ਉਹ 50% ਪ੍ਰੋਪਰਟੀ ਜਿਹੜੀ ਓਨ ਕਰਦੇ ਨੇ, 50% ਜਿਹੜੀ ਆ ਦੇ ਹੈਵ ਦ ਹਾਊਸ। ਠੀਕ ਹੈ ਜੀ। ਔਰ ਉਹਨਾਂ ਵਿੱਚੋਂ ਜਿਹੜੇ 50% ਓਨ ਕਰਦੇ ਨੇ ਉਹਨਾਂ ਵਿੱਚੋਂ 1/4 ਜਿਹੜੇ ਉਸ ਡੈਮੋਗ੍ਰਾਫਿਕ ਦੇ ਕੈਨੇਡੀਅਨ ਹੁੰਦੇ ਨੇ ਉਹਨਾਂ ਨੇ ਪੈਂਡੈਮਿਕ ਤੋਂ ਬਾਅਦ ਬਾਇੰਗ ਕੀਤੀ ਹੈ। ਅੱਛਾ, ਉਸ ਤੋਂ ਬਾਅਦ ਬਾਇੰਗ ਕੀਤੀ ਹੈ। ਇਹ ਬੜੀ ਇੰਟਰਸਟਿੰਗ ਫਿਗਰ ਸਾਹਮਣੇ ਆ ਰਹੀ ਹੈ। ਬਿਲਕੁਲ, ਹਾਂਜੀ, ਹਾਂ। ਉਹਦਾ ਰੀਜ਼ਨ ਇਹੀ ਹੈਗਾ ਕਿ ਜਿੱਥੇ ਚੀਮਾ ਸਾਹਿਬ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਪੈਂਡੈਮਿਕ ਕਰਕੇ ਕੌਨਫੀਡੈਂਸ ਸ਼ੇਕ ਹੋਏਗਾ, ਉੱਥੇ ਉਲਟਾ ਇਹ ਦੇਖਿਆ ਗਿਆ ਕਿ ਚਾਹੇ ਸਰਕਾਰ ਵੱਲੋਂ ਇਨਪੁਟਸ ਆਏ ਨੇ ਜਾਂ ਉਹਨਾਂ ਦੀ ਟਰੈਵਲਿੰਗ ਬੰਦ ਹੋਈ ਆ, ਜਿਹੜੀ ਹੋਰ ਲਗਜ਼ਰੀ ਤੇ ਉਹ ਪੈਸਾ ਸਪੈਂਡ ਕਰਦੇ ਸੀਗੇ ਉੱਥੋਂ ਸੇਵਿੰਗ ਹੋਈ ਆ, ਉਹ ਠੀਕ ਹੈ ਆਪਣੀ ਜਗ੍ਹਾ। ਮੈਂ ਕਹਿੰਦਾ ਵੀ ਜ਼ਰੂਰ ਫੈਕਟਰ ਉਹਨਾਂ ਨੇ ਕੰਟਰੀਬਿਊਟ ਕੀਤਾ ਹੋਏਗਾ, ਬਟ ਫਿਰ ਵੀ ਐਸੇ ਇਕਨੋਮਿਕ ਸਿਚੁਏਸ਼ਨ ਦੇ ਵਿੱਚ ਜਿਹੜਾ ਬਾਇਰ ਆ ਉਹ ਇੰਨਾ ਕੌਨਫੀਡੈਂਸ ਦਿਖਾ ਰਿਹਾ ਹੈ ਤੇ ਹੈਰਾਨਗੀ ਵਾਲੀ ਗੱਲ ਹੈ। ਬਿਲਕੁਲ ਹੈਰਾਨਗੀ ਵਾਲੀ ਗੱਲ ਹੈ ਜੀ। ਉਹਦਾ ਰੀਜ਼ਨ ਇਹ ਹੋਇਆ ਜੀ ਕਿ ਜਦੋਂ ਲੋਕਾਂ ਨੇ ਜਿਵੇਂ ਦੇਖੋ ਵਰਡ ਆਲ ਟੂਗੈਦਰ ਹੀ ਚੇਂਜ ਹੋ ਗਿਆ। ਜਿਵੇਂ ਯਾਦ ਹੋਊਗਾ 9/11 ਤੋਂ ਬਾਅਦ ਕਿਹਾ ਜਾਂਦਾ ਹੈ ਵਰਡਸ ਹੈਜ਼ ਚੇਂਜਡ। ਸੋ ਕੋਵਿਡ-19 ਤੋਂ ਬਾਅਦ ਵੀ ਲੱਗ ਰਿਹਾ ਕਿ ਵਰਡ ਆਲ ਟੂਗੈਦਰ ਹੀ ਚੇਂਜ ਹੋ ਜਾਏਗਾ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਹੋਮ ਟੂ ਵਰਕ ਵੀ ਪੋਸੀਬਲ ਹੈਗਾ ਵਾ। ਠੀਕ ਹੈ ਜੀ। ਹੁਣ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕਿ ਮੋਸਟਲੀ ਕੰਪਨੀਆਂ ਸੋਚਣਾ ਸ਼ੁਰੂ ਕਰ ਦਿੱਤਾ ਵੀ ਕਿਉਂ ਇਹ ਵੱਡੇ ਵੱਡੇ ਆਫਿਸ ਲੈਣੇ ਆ, ਮਲਟੀ ਸਟੋਰੀ ਬਿਲਡਿੰਗਸ ਲੈਣੀਆਂ ਨੇ, ਕਿਉਂ ਨਾ ਇਹ ਆਪਣੇ EMPLOYE ਤੋਂ ਘਰਾਂ 'ਚ ਵੀ ਕੰਮ ਕਰਾਇਆ ਜਾਵੇ। ਸੋ ਜਦੋਂ ਹੋਮ ਟੂ ਵਰਕ ਸਟਾਰਟ ਹੋਇਆ ਆਫਟਰ ਪੈਂਡੈਮਿਕ ਤਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਆਇਆ ਕਿ ਉਹਨਾਂ ਨੂੰ ਘਰ ਦੇ ਨਾਲ ਅਟੈਚਮੈਂਟ ਸ਼ੁਰੂ ਹੋ ਗਈ। ਸੋ ਮੋਸਟਲੀ ਯੰਗ ਜਨਰੇਸ਼ਨ ਨੇ ਸੋਚਿਆ ਕਿ ਜਦੋਂ ਅਸੀਂ ਕੰਮ ਹੀ ਘਰਾਂ 'ਚ ਕਰਨਾ ਤਾਂ ਵਾਈ ਵੀ ਸ਼ੁੱਡ ਨਾਟ ਬਾਈ ਆਵਰ ਓਨ ਹੋਮ।
ਸੋ ਉਸ ਔਰ ਫਸਟ ਟਾਈਮ ਹੋਮ ਬਾਇਰ ਨੇ ਵੀ ਸੋਚਿਆ, ਕਿਉਂਕਿ ਉਹਨਾਂ ਕੋਲ ਸੋਚਣ ਦਾ ਟਾਈਮ ਬਹੁਤ ਸੀਗਾ, ਸੋ ਦੇ ਕਨਵਰਟਡ ਕੈਸ਼ ਉਹਨਾਂ ਦੇ ਕੋਲ ਸੀਗਾ। ਤੁਸੀਂ ਹੈਰਾਨ ਹੋਵੋਗੇ, ਇੱਕ ਹੋਰ ਸਰਵੇ ਦੇ ਵਿੱਚ ਇਹ ਪਾਇਆ ਗਿਆ ਕਿ 40% ਲੋਕਾਂ ਨੇ ਕਿਹਾ ਕਿ ਸਾਡੀ ਜਿਹੜੀ ਸੇਵਿੰਗਸ ਨੇ ਵਧੀਆਂ ਨੇ ਆਫਟਰ ਪੈਂਡੈਮਿਕ। ਅੱਛਾ ਜੀ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹੈਰਾਨੀ ਵਾਲੀ 40% ਲੋਕਾਂ ਦਾ ਇਹ ਕਹਿਣਾ ਸੀਗਾ ਕੈਨੇਡਾ ਦੇ ਵਿੱਚ ਕਿ ਸਾਡੀਆਂ ਸੇਵਿੰਗਸ ਵਧੀਆਂ ਨੇ। ਹਾਂਜੀ, ਉਹ ਦੇਖੋ ਵੈਸੇ ਤਾਂ ਕਈ ਗੱਲਾਂ ਤੇ ਐਵੀਡੈਂਟ ਹੁੰਦੀਆਂ ਨੇ ਵੀ ਅਗਰ ਤੁਹਾਡਾ ਇੰਟਰਨੈਸ਼ਨਲ ਟਰੈਵਲ ਬੰਦ ਹੋ ਗਿਆ, ਜੇ ਤੁਹਾਡੀ ਟੂਰਿਜ਼ਮ ਟਰੈਵਲ ਸੀਗੀ, ਤੁਸੀਂ ਮੈਕਸੀਕੋ ਜਾ ਰਹੇ ਹੋ ਜਾਂ ਜਿਹੜੀਆਂ ਕੈਂਪਿੰਗ ਕਰ ਰਹੇ ਹੋ ਡੈਸਟੀਨੇਸ਼ਨ ਨੇ ਉਹ ਨਹੀਂ ਹੋ ਰਹੀਆਂ, ਕੈਂਪਿੰਗ ਨਹੀਂ ਕਰ ਰਹੇ। ਬਿਲਕੁਲ। ਅੱਛਾ, ਕੰਸਰਟਸ ਹੁੰਦੇ ਸੀਗੇ ਹਰ ਸਿਟੀ ਦੇ ਵਿੱਚ, ਚਾਹੇ ਉਹ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਜੁੜਿਆ ਕੰਸਰਟਸ ਹੋਣ ਜਾਂ ਇੰਗਲਿਸ਼ ਓਰੀਜਨ ਦੇ ਜਿਹੜੇ ਆਪਣੀ ਬਰਾਦਰੀ ਹੈਗੀ ਉਹਨਾਂ ਨਾਲ ਜੁੜੇ ਹੋਏ ਕੰਸਰਟਸ ਹੋਣ। ਸੋ ਇਹੋ ਜਿਹੀਆਂ ਸਾਰੀਆਂ, ਅੱਛਾ ਰੈਸਟੋਰੈਂਟਸ ਵਿੱਚ ਜਾ ਕੇ ਖਾਣਾ ਉਹ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਗਈਆਂ। ਜਰਨਲ ਪਾਰਟਿੰਗ ਜਿਹੜੀ ਆ ਉਹ ਵੀ ਖਤਮ ਹੋ ਗਈ। ਸੋ ਉਹ ਤਾਂ ਚੀਜ਼ ਸਮਝ ਆਉਂਦੀ ਆ, ਤੇ ਪਰ ਫਿਰ ਵੀ ਇਹ ਇਕਨੋਮਿਕ ਸਿਚੁਏਸ਼ਨ ਨੂੰ ਅਗਰ ਆਪਾਂ ਦੇਖੀਏ ਤੇ ਤੁਹਾਨੂੰ ਕੀ ਲੱਗਦਾ ਆ ਕਿ ਇਹ ਜਿਹੜਾ ਪ੍ਰੈਜ਼ੈਂਟ ਟ੍ਰੈਂਡ ਹੈਗਾ ਆ ਇਹ ਅਜੇ ਸਸਟੇਨ ਕਰ ਜੂਗਾ ਜਾਂ ਇਟਸ ਅ ਬਬਲ? ਦੇਖੋ ਢਿੱਲੋਂ ਸਾਹਿਬ, ਤੁਸੀਂ ਬੜਾ ਵਧੀਆ ਸਵਾਲ ਕੀਤਾ ਵਾ। ਜਿੰਨੇ ਵੀ ਆਰਥਿਕ ਮਾਹਿਰ ਨੇ ਉਹ ਔਰ ਈਵਨ ਵਰਲਡ ਦੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰਸ ਨੇ ਜਾਂ ਉਹ ਰੀਅਲ ਸਟੇਟ ਨੂੰ ਜਿਹੜੇ ਦੇਖਦੇ ਨੇ, ਦੇ ਆਰ ਸੇਇੰਗ ਕਿ ਕੈਨੇਡਾ ਇਜ਼ ਸਿਟਿੰਗ ਔਨ ਅ ਰੀਅਲ ਸਟੇਟ ਬਬਲ। ਅੱਛਾ ਜੀ, ਬਿਲਕੁਲ। ਉਹਦੇ ਰੀਜ਼ਨ ਕੀ ਹੈਗੇ ਨੇ? ਮੰਨ ਲਓ ਆਉਣ ਵਾਲੇ ਟਾਈਮ ਤੇ ਅਗਰ ਵਿੱਚ ਮੌਰਗੇਜ ਦੇ ਪ੍ਰਾਈਸਿਸ ਰੇਟ ਵੱਧ ਜਾਂਦੇ ਨੇ, ਠੀਕ ਹੈ ਜੀ, ਤਾਂ ਨੈਚੁਰਲੀ ਤੁਹਾਡੀਆਂ ਮੰਥਲੀ ਪੇਮੈਂਟਸ ਵੱਧ ਜਾਣਗੀਆਂ ਕਿ ਕੈਨੇਡੀਅਨ ਅਫੋਰਡ ਕਰ ਸਕਣਗੇ ਉਹਨਾਂ ਮੰਥਲੀ ਪੇਮੈਂਟਸ। ਸੈਕੰਡ ਚੀਜ਼ ਤੁਸੀਂ ਜਿਹੜੀ ਦੇਖ ਰਹੇ ਹੋ ਪੈਂਡੈਮਿਕ ਦੇ ਨਾਲ ਕੀ ਹੋ ਰਹੀ ਹੈ ਵੀ ਇਮੀਗ੍ਰੇਸ਼ਨ ਦੇ ਟਾਰਗੇਟ ਪੂਰੇ ਨਹੀਂ ਹੋ ਰਹੇ ਕੈਨੇਡਾ ਦੇ। ਜਿਵੇਂ ਸਾਹਿਬ ਤੁਸੀਂ ਬਹੁਤ ਹੀ ਇੰਟਰਸਟਿੰਗ ਇੱਕ ਗੱਲ ਜਿਹੜੀ ਕੀਤੀ ਹੈ, ਬੜੀ ਹੈਰਾਨਗੀ ਵਾਲੀ ਗੱਲ ਹੈ ਜਿਹੜਾ ਤੁਸੀਂ ਬਬਲ ਦੀ ਗੱਲ ਕੀਤੀ। ਤੁਹਾਡੇ ਕੋਲੋਂ ਹੋਰ ਜਾਣਕਾਰੀ ਲੈਣੇ ਆ ਜੀ, ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਲੈਣੇ ਆ ਜੀ ਤੇ ਆਪਾਂ ਵਾਪਸ ਆਨੇ ਆ। ਹਾਂਜੀ, ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ। ਤੇ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਜਤਿੰਦਰ ਚੀਮਾ ਜੀ ਦੇ ਨਾਲ। ਇਹ ਰੀਅਲ ਅਸਟੇਟ ਦੇ ਬਹੁਤ ਵੱਡੇ ਨਾਂ ਨੇ ਕੈਲਗਰੀ ਦੇ ਵਿੱਚ, ਤੇ ਇਹਨਾਂ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਰੀਅਲ ਅਸਟੇਟ ਦੇ ਵਿੱਚ ਜੋ ਬੂਮ ਦੇਖਣ 'ਚ ਆਇਆ, ਖਾਸ ਕਰਕੇ ਜਨਵਰੀ ਫੈਬਰੂਰੀ ਦੇ ਵਿੱਚ, ਵੀ ਇਹਦੇ ਪਿੱਛੇ ਕੀ ਕਾਰਨ ਨੇ। ਤੇ ਚੀਮਾ ਸਾਹਿਬ, ਬ੍ਰੇਕ ਲੈਣ ਤੋਂ ਪਹਿਲਾਂ ਤੁਸੀਂ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਕਿ ਐਕਸਪਰਟਸ ਇਹ ਸਮਝਦੇ ਨੇ ਕਿ ਇਹ ਬਬਲ ਹੈਗਾ ਆ ਤੇ ਇਹ ਕਿਸੇ ਟਾਈਮ ਵੀ ਬਸਟ ਹੋ ਸਕਦਾ। ਬਿਲਕੁਲ ਜੀ। ਉਹਦੇ ਰੀਜ਼ਨ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਢਿੱਲੋਂ ਸਾਹਿਬ, ਕਿ ਪਹਿਲਾਂ ਮੈਂ ਰੀਜ਼ਨ ਤੁਹਾਨੂੰ ਦੱਸਿਆ ਸੀਗਾ ਵੀ ਜੇ ਰੇਟ ਆਫ ਇੰਟਰਸਟ ਵੱਧ ਸਕਦੇ ਨੇ, ਵਧਣ ਦਾ ਰੀਜ਼ਨ ਇਹ ਹੈਗਾ ਕਿ ਇਸ ਬੂਮ ਦੇ ਵਿੱਚ ਪਿੱਛੇ ਕਿਤੇ ਨਾ ਕਿਤੇ ਹੱਥ ਹੈਗਾ ਵਾ ਲੋ ਮੌਰਗੇਜ ਰੇਟ ਦੇ ਉੱਤੇ। ਠੀਕ ਹੈ ਜੀ। ਹੁਣ ਜਦੋਂ ਤੁਸੀਂ ਮਤਲਬ 25 ਸਾਲ ਦੀ ਹਿਸਟਰੀ ਦੇ ਵਿੱਚ ਲੋਐਸਟ ਰੇਟ ਇਸ ਵੇਲੇ ਮੌਰਗੇਜ ਦੇ ਜਿਹੜੇ ਮਾਰਕੀਟ ਦੇ ਵਿੱਚ ਮਿਲ ਰਹੇ ਨੇ, ਜਿਹਦੇ ਕਰਕੇ ਹਰ ਬੰਦਾ ਉਹਦਾ ਫਾਇਦਾ ਲੈਣਾ ਚਾਹ ਰਿਹਾ ਵਾ, ਚਾਹੇ ਉਹ ਇਨਵੈਸਟਰ ਹੈ, ਚਾਹੇ ਉਹ ਫਸਟ ਟਾਈਮ ਹੋਮ ਬਾਇਰ ਹੈ, ਪਰ ਉਹਨੂੰ ਅੱਜ ਲੱਗ ਰਿਹਾ ਕਿ ਮੈਂ ਅਫੋਰਡ ਕਰ ਸਕਦਾ। ਬਿਲਕੁਲ। ਲੇਕਿਨ ਮਾਹਿਰਾਂ ਦਾ ਇਹ ਵੀ ਹੈਗਾ ਕਿ ਆਉਣ ਵਾਲੇ ਲੌਂਗ ਰਨ ਵਿੱਚ ਰੱਬ ਨਾ ਕਰੇ, ਪਰਮਾਤਮਾ ਨਾ ਕਰੇ ਕਿ ਇਹ ਪੈਂਡੈਮਿਕ ਕੰਟੀਨਿਊ ਰਹਿੰਦਾ ਵਾ। ਜਿਵੇਂ ਆਪਾਂ ਕਹਿ ਰਹੇ ਹਾਂ ਕਿ ਨਿਊ ਵੇਰੀਐਂਟਸ ਵੀ ਆ ਰਹੇ ਆ। ਠੀਕ ਹੈ ਜੀ। ਜਿੰਨੀ ਪ੍ਰੋਗਰੈਸ ਆਪਾਂ ਕੀਤੀ ਆ, ਹੋ ਸਕਦਾ ਉਹ ਪ੍ਰੋਗਰੈਸ ਸਾਰੀ ਦੁਬਾਰਾ ਰਿਵਰਸ ਹੋ ਜੇ। ਥਰਡ ਚੀਜ਼ ਮੈਂ ਤੁਹਾਨੂੰ ਜਿਵੇਂ ਅੱਗੇ ਆਪਾਂ ਡਿਸਕਸ ਕੀਤੀ ਸੀ, ਇਮੀਗ੍ਰੇਸ਼ਨ ਵਿਚ ਇਜ਼ ਵੈਰੀ ਇੰਪੋਰਟੈਂਟ ਫॉर ਕੈਨੇਡਾ। ਠੀਕ ਹੈ ਜੀ। ਹੁਣ ਪਿਛਲੇ ਲਾਸਟ ਈਅਰ ਦੇ ਤੁਹਾਨੂੰ ਯਾਦ ਹੋਏਗਾ ਕਿ 1,90,000 ਜਿਹੜਾ ਕਿ ਆਪਣਾ ਟਾਰਗੇਟ ਆਲਮੋਸਟ 400,000 ਦੇ ਕੋਲ ਸੀਗਾ ਕੈਨੇਡਾ 'ਚ, ਉਹ ਸਿਰਫ 1,90,000 ਨਵੇਂ ਇਮੀਗ੍ਰੈਂਟਸ ਆਏ ਨੇ, ਔਰ ਇਸ ਸਾਲ ਦਾ ਵੀ ਟਾਰਗੇਟ ਲੱਗ ਨਹੀਂ ਰਿਹਾ ਕਿ ਉਹ ਪੂਰਾ ਹੋ ਸਕੇਗਾ। ਸੋ ਉਹਦੇ ਕਰਕੇ ਜਿਹੜਾ ਰੀਅਲ ਸਟੇਟ ਉੱਤੇ ਪ੍ਰੈਸ਼ਰ ਪਏਗਾ। ਜਿਵੇਂ ਰੈਂਟਲ ਮਾਰਕੀਟ ਹੈਗੀ ਆ, ਜੇ ਤੁਸੀਂ ਟੋਰੰਟੋ ਔਰ ਵੈਨਕੂਵਰ ਦੀ ਗੱਲ ਕਰੋ, ਜਿੱਥੇ ਮੋਸਟ ਆਫ ਦਾ ਕੰਡੋਮੀਨੀਅਮਸ ਜਿਹੜੀਆਂ ਨੇ ਉਹ ਡਿਪੈਂਡ ਕਰਦੀਆਂ ਨਿਊ ਇਮੀਗ੍ਰੈਂਟਸ ਦੇ ਉੱਤੇ। ਅਗਰ ਨਿਊ ਇਮੀਗ੍ਰੈਂਟਸ ਉਨੀ ਤਾਦਾਦ ਵਿੱਚ ਨਹੀਂ ਆ ਸਕੇ ਬਿਕੋਜ਼ ਆਫ ਪੈਂਡੈਮਿਕ, ਤਾਂ ਉਹਦਾ ਪ੍ਰੈਸ਼ਰ ਜਿਹੜਾ ਉਹਨਾਂ ਕੰਡੋਮੀਨੀਅਮਸ ਤੇ ਪਏਗਾ। ਹਾਂਜੀ, ਤੁਸੀਂ ਉਹ ਦੇਖੋ ਜਿਹੜਾ ਤੁਸੀਂ ਰੈਂਟਲ ਦੀ ਗੱਲ ਕੀਤੀ ਆ, ਉਹਦੇ ਵਿੱਚ ਮੇਰਾ ਖਿਆਲ ਸਟੂਡੈਂਟਸ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਆ ਕਿ ਜਿਹੜੇ ਇੱਥੇ ਆ ਕੇ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਆਉਂਦੇ ਨੇ, ਵੇਰੀਅਸ ਇੰਸਟੀਟਿਊਸ਼ਨਸ ਆਪਣੀ ਐਡਮਿਸ਼ਨ ਲੈਂਦੇ ਆ, ਤੇ ਉਹ ਵੀ ਆ ਕੇ ਪ੍ਰੋਪਰਟੀ ਜਿਹੜੀ ਹੈ ਰੈਂਟ ਤੇ ਲੈਂਦੇ ਨੇ, ਚਾਹੇ ਬੇਸਮੈਂਟ ਲੈ ਲਈ ਜਾਂ ਕੰਡੋਮੀਨੀਅਮ ਲੈ ਲਏ ਜੀ। ਬਿਲਕੁਲ ਢਿੱਲੋਂ ਸਾਹਿਬ, ਚਾਹੇ ਤੁਸੀਂ ਸਟੂਡੈਂਟਸ ਲੈ ਲਓ, ਚਾਹੇ ਨਿਊ ਇਮੀਗ੍ਰੈਂਟਸ ਲੈ ਲਓ, ਚਾਹੇ ਕੋਈ ਜਿੰਨੇ ਵੀ ਆਦਮੀ ਐਂਟਰ ਕਰਦੇ ਨੇ ਕੈਨੇਡਾ ਦੇ ਵਿੱਚ, ਦੇ ਨੀਡ ਸਪੇਸ ਟੂ ਲਿਵ। ਠੀਕ ਹੈ ਜੀ। ਤਾਂ ਹਰ ਆਦਮੀ ਨੂੰ ਪਹਿਲਾਂ ਰੈਂਟਲ ਹੀ ਲੈਣਾ ਪੈਂਦਾ ਵਾ। ਦੇਰ ਆਰ ਨੋ ਸ਼ਾਰਟਕਟਸ ਇਨ ਕੈਨੇਡਾ। ਠੀਕ ਹੈ ਜੀ। ਤੁਹਾਨੂੰ ਰੈਂਟਲ ਤੋਂ ਹੀ ਫਿਰ ਹੌਲੀ ਹੌਲੀ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਦੇ ਹੋ, ਫਿਰ ਤੁਸੀਂ ਸਿੰਗਲ ਡਿਟੈਚ ਹੋਮ ਤੇ ਜਾਂਦੇ ਹੋ, ਇਸ ਤਰ੍ਹਾਂ ਤੁਸੀਂ ਕੰਟੀਨਿਊਸਲੀ ਪ੍ਰੋਗਰੈਸ ਕਰਦੇ ਹੋ। ਠੀਕ ਹੈ।
ਸੈਕੰਡ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਆ ਵੀ ਅੱਜ ਬੈਂਕ ਆਫ ਕੈਨੇਡਾ ਦੀ ਜਦੋਂ ਆਪਾਂ ਇੰਟਰਵਿਊ ਕਰ ਰਹੇ ਹਾਂ, ਅੱਜ ਸਵੇਰੇ ਬੈਂਕ ਆਫ ਕੈਨੇਡਾ ਨੇ ਦੀ ਮੀਟਿੰਗਸ ਜਿਹੜੀ ਮੰਥਲੀ ਸੀਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਓਵਰ ਲੈਂਡਿੰਗ ਰੇਟ ਹੈ ਉਹ ਕੰਟੀਨਿਊ ਰੱਖਾਂਗੇ ਟਿਲ 2023 ਤੱਕ। ਅੱਛਾ ਜੀ। ਲੇਕਿਨ ਆਰਥਿਕ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇ ਇਕਨੋਮੀ ਰੀਬਾਊਂਡ ਕਰਦੀ ਹੈ, ਕਿਉਂਕਿ ਜਿਵੇਂ ਤੁਸੀਂ ਦੇਖ ਰਹੇ ਹੋ ਵੈਕਸੀਨੇਸ਼ਨ ਚੱਲ ਰਹੀ ਹੈ ਜੀ, ਮੋਸਟ ਪ੍ਰੋਬੇਬਲੀ ਜਿਹੜੇ ਟਾਰਗੇਟਸ ਨੇ ਕੈਨੇਡੀਅਨ ਦੇ ਗਵਰਨਮੈਂਟ ਦੇ ਕਿ ਸਤੰਬਰ ਤੱਕ ਹਰ ਕੈਨੇਡੀਅਨ ਨੂੰ ਅਵੇਲੇਬਲ ਹੋਏਗੀ ਵੈਕਸੀਨੇਸ਼ਨ। ਠੀਕ ਹੈ ਜੀ। ਤਾਂ ਉਹਦੇ ਤੋਂ ਲੱਗ ਰਿਹਾ ਕਿ ਉਸ ਤੋਂ ਬਾਅਦ ਇੱਕ ਵਾਰੀ ਇਕਨੋਮੀ ਦੇ ਵਿੱਚ ਬੂਮ ਆਏਗਾ ਜੀ। ਉਸ ਬੂਮ ਦੇ ਨਾਲ ਜਿਹੜੀ ਇਕਨੋਮੀ ਜਦੋਂ ਨਾਲ ਐਮਪਲੋਇਮੈਂਟ ਵੀ ਵਧੇਗੀ ਤਾਂ ਸਭ ਤੋਂ ਵੱਡਾ ਜਿਹੜਾ ਡਰ ਮਾਹਿਰਾਂ ਨੂੰ ਹੁੰਦਾ ਵਾ ਉਹ ਇਨਫਲੇਸ਼ਨ ਦਾ ਹੁੰਦਾ ਵਾ। ਠੀਕ ਹੈ ਜੀ। ਬੈਂਕ ਆਫ ਕੈਨੇਡਾ ਦਾ ਜਿਹੜਾ ਐਨੂਅਲ ਉਹ ਇਨਫਲੇਸ਼ਨ ਰੇਟ ਆ ਉਹ 2% ਤੇ ਰੱਖਣਾ ਚਾਹੁੰਦੇ ਆ ਜੀ। ਅਗਰ ਤੇ 2% ਤੇ ਇਨਫਲੇਸ਼ਨ ਰੇਟ ਰਹਿੰਦਾ ਤਾਂ ਦੈਟਸ ਗੁੱਡ, ਲੇਕਿਨ ਅਗਰ 2% ਤੋਂ ਇਨਫਲੇਸ਼ਨ ਉੱਪਰ ਜਾਂਦਾ ਯਾਨੀ ਕਿ ਮਹਿੰਗਾਈ ਵੱਧਦੀ ਹੈ ਤਾਂ ਬੈਂਕ ਆਫ ਕੈਨੇਡਾ ਨੂੰ ਇੰਟਰਫੇਅਰ ਕਰਨ ਕਰਕੇ ਉਹਨਾਂ ਨੂੰ ਆਪਣਾ ਰੇਟ ਆਫ ਇੰਟਰਸਟ ਵਧਾਉਣਾ ਪਏਗਾ। ਅਗਰ ਰੇਟ ਆਫ ਇੰਟਰਸਟ ਓਵਰ ਲੈਂਡਿੰਗ ਰੇਟ ਵੱਧਦਾ ਤਾਂ ਉਹਦੇ ਨਾਲ ਮੌਰਗੇਜ ਦੇ ਰੇਟ ਵੀ ਵਧਣਗੇ ਤੇ ਲੋਕਾਂ ਦੀ ਅਫੋਰਡੇਬਿਲਟੀ ਘਟੇਗੀ। ਸੋ ਇਹ ਸਾਰੇ ਰੀਜ਼ਨ ਜਿਹੜੇ ਹੈਗੇ ਨੇ ਉਸ ਚੀਜ਼ ਵੱਲ ਡਾਇਰੈਕਸ਼ਨ ਕਰ ਰਹੇ ਆ ਕਿ ਕੈਨੇਡਾ ਇਜ਼ ਸਿਟਿੰਗ ਔਨ ਏ ਰੀਅਲ ਏਸਟੇਟ ਬੱਬਲ। ਪਰ ਇਹ ਕਿਤੇ ਜਿਸ ਤਰ੍ਹਾਂ ਆਪਾਂ 2005 6 7 ਵਾਲਾ ਜਿਹੜਾ ਪੀਰੀਅਡ ਸੀਗਾ ਯੂਐਸ ਨੇ ਦੇਖਿਆ ਸੀਗਾ ਜਾਂ 2008 ਵਾਲਾ ਪੀਰੀਅਡ ਜਿਹੜਾ ਯੂਐਸ ਨੇ ਦੇਖਿਆ ਸੀਗਾ, ਕੀ ਇਹ ਸਿੰਪਟਮ ਸਿਮਿਲਰ ਨੇ ਜੀ ਉਹਦੇ ਨਾਲ ਜਾਂ ਸਾਡਾ ਥੋੜਾ ਜਿਹਾ ਫਰਕ ਹੈ ਜੀ ਉਹਦੇ ਨਾਲ? ਉਹ ਥੋੜੀ ਜਿਹੀ ਡਿਫਰੈਂਟ ਸਿਚੁਏਸ਼ਨ ਸੀਗੀ। ਉਹਦੇ ਵਿੱਚ ਢਿੱਲੋਂ ਸਾਹਿਬ ਗਲਤੀਆਂ ਇਹ ਹੋਈਆਂ ਸੀਗੀਆਂ, ਉਹ ਸਬ ਪ੍ਰਾਈਮ ਲੈਂਡਿੰਗ ਕ੍ਰਾਈਸਿਸ ਸੀਗਾ ਜਿਹਦੇ ਵਿੱਚ ਬੈਂਕਾਂ ਨੇ ਇਹੋ ਜਿਹੇ ਲੋਨ ਕਰ ਦਿੱਤੇ ਸੀ ਜਿਹੜੇ ਲੋਕੀ ਉਹਨਾਂ ਲਈ ਕੁਆਲੀਫਾਈ ਵੀ ਨਹੀਂ ਸੀ ਕਰਦੇ। ਠੀਕ ਹੈ ਜੀ। ਸੋ ਉਹ ਇੱਕ ਡਿਫਰੈਂਟ ਚੀਜ਼ ਹੈ। ਇਹਦੇ ਵਿੱਚ ਮੇਨ ਰੀਜ਼ਨ ਹੈਗਾ ਕਿ ਇੱਕ ਪਾਸੇ ਤਾਂ ਰੀਅਲ ਏਸਟੇਟ ਵੱਧ ਰਹੀ ਹੈ ਕਿ ਲੋਅਰ ਮੌਰਗੇਜ ਰੇਟ ਨੇ, ਲੋਕਾਂ ਦੀ ਕੋਲ ਲਿਕੁਇਡਿਟੀ ਬਹੁਤ ਪਈ ਆ, ਲੇਕਿਨ ਸੈਕੰਡ ਚੀਜ਼ ਬਾਅਦ ਤੁਸੀਂ ਦੇਖੋ ਜਿਹੜੇ ਆਪਣੇ ਅਨਐਮਪਲੋਇਮੈਂਟ ਰੇਟ ਆ ਅੱਜ ਵੀ ਜੇ ਉਹਦਾ ਡਾਟਾ ਅੱਜ ਦਾ ਦੇਖੀਏ ਤਾਂ ਉਹ ਬਿਫੋਰ ਪੈਂਡੈਮਿਕ ਲੈਵਲ ਤੋਂ 4.5% ਲੋਅਰ ਹੈ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਤਲਬ ਜਿਹੜੇ ਮਾਹਿਰ ਨੇ ਉਹਨਾਂ ਨੂੰ ਇਸ ਚਿੰਤਾ ਵਿੱਚ ਪਾਇਆ ਹੋਇਆ ਹੈ ਕਿ ਜੇ ਕੱਲ੍ਹ ਨੂੰ ਇਕਨੋਮੀ ਰੀਬਾਊਂਡ ਕਰਦੀ ਹੈ, ਅੱਜ ਇਹਨਾਂ ਸਿਚੁਏਸ਼ਨ ਵਿੱਚ ਰੀਅਲ ਏਸਟੇਟ ਨੂੰ ਇੰਨੀ ਜ਼ਿਆਦਾ ਤੇਜ਼ੀ ਨਜ਼ਰ ਆ ਰਹੀ, ਜੇ ਕੱਲ੍ਹ ਨੂੰ ਸਾਰੀਆਂ ਚੀਜ਼ਾਂ ਨੋਰਮਲ ਹੋ ਜਾਂਦੀਆਂ ਨੇ, ਇਮੀਗ੍ਰੇਸ਼ਨ ਵੀ ਸਟਾਰਟ ਹੋ ਜਾਂਦੀ ਆ, ਤਾਂ ਇਹਦਾ ਇਫੈਕਟ ਕਿੱਥੇ ਹੋਏਗਾ ਆਫਟਰ ਆਲ? ਕਿਉਂਕਿ ਜਿਹੜੇ ਸਪੈਕੂਲੇਟਰ ਨੇ ਮਾਰਕੀਟ ਵਿੱਚ, ਦੇਖੋ ਜਿਹੜਾ ਇਹ ਪ੍ਰਾਈਸ ਵੱਧ ਰਿਹਾ ਉਹਦੇ ਵਿੱਚ ਸਪੈਕੂਲੇਟਰਸ ਵੀ ਹੈਗੇ। ਸਪੈਕੂਲੇਟਰਸ ਇਹ ਸੋਚ ਰਹੇ ਨੇ ਕਿ ਇਹ ਪ੍ਰਾਈਸ ਕਦੀ ਇਹ ਲਗਾਤਾਰ ਵੱਧਦੇ ਹੀ ਜਾਣਗੇ, ਵਿਚ ਇਜ਼ ਨਾਟ ਪੋਸੀਬਲ। ਕਿਉਂਕਿ ਆਫਟਰ ਆਲ ਕੋਈ ਨਾ ਕੋਈ ਹਰ ਚੀਜ਼ ਦੀ ਇੱਕ ਲਿਮਿਟ ਹੈਗੀ ਹੈ ਜਿੱਥੇ ਜਾ ਕੇ ਉਹਨੂੰ ਰੁਕਣਾ ਪੈਂਦਾ। ਸੋ ਅਫੋਰਡੇਬਿਲਟੀ ਅਗਰ ਤੁਹਾਡੀ ਨਹੀਂ ਰਹਿੰਦੀ, ਅਗਰ ਉਹ ਫਸਟ ਟਾਈਮ ਹੋਮ ਬਾਇਰ ਉਸ ਮਾਰਕੀਟ 'ਚ ਐਂਟਰ ਹੀ ਨਹੀਂ ਕਰ ਸਕਦਾ ਤਾਂ ਹੀ ਵਿਲ ਸਿਟ ਬੈਕ। ਜਿਹੜੀ ਮੈਂ ਇਹ ਵੀ ਟ੍ਰੈਂਡ ਦੇਖ ਰਿਹਾ ਹਾਂ ਚੀਮਾ ਸਾਹਿਬ ਕਿ ਟੋਰਾਂਟੋ ਔਰ ਅਗਰ ਅਸੀਂ BC ਖਾਸ ਕਰਕੇ ਅਗਰ ਅਸੀਂ ਵੈਨਕੂਵਰ ਏਰੀਆ ਦੀ ਗੱਲ ਕਰੀਏ ਤੇ ਜਿਸ ਲੈਵਲ ਤੇ ਰੀਅਲ ਏਸਟੇਟ ਪ੍ਰਾਈਸਿਸ ਚਲੇ ਗਈਆਂ ਨੇ, ਕਾਫੀ ਮੈਂ ਆਪਣੇ ਸਰਕਲ 'ਚ ਦੇਖਦਾ ਹਾਂ ਕਿ ਜਿਹੜੇ ਆਪਣੇ ਪੰਜਾਬੀ ਖਾਸ ਕਰਕੇ ਓਰੀਜਨ ਦੇ ਜਿਹੜੇ ਹੈਗੇ ਨੇ ਉੱਥੇ ਬੇਸਡ, ਉਹ ਕਿਤੇ ਨਾ ਕਿਤੇ ਇਹ ਟੈਂਡੈਂਸੀ 'ਚ ਹੈਗੇ ਨੇ ਕਿ ਅਸੀਂ ਉੱਥੋਂ ਆਪਣਾ ਘਰ ਵੇਚ ਕੇ ਤੇ ਕੈਲਗਰੀ ਮੂਵ ਹੋ ਜਾਈਏ ਵੀ ਇੱਥੇ ਜਿਹੜੀ ਹਾਊਸਿੰਗ ਆ ਉਹ ਅਫੋਰਡੇਬਲ ਆ। ਉਹ ਵੀ ਆਪਣਾ ਕੁਝ ਰੋਲ ਪਲੇ ਕਰ ਰਹੀ ਹੈ ਅਲਬਰਟਾ ਦੀ ਰੀਅਲ ਏਸਟੇਟ ਨੂੰ ਥੋੜਾ ਜਿਹਾ ਫਰਦਰ ਬੂਸਟ ਦੇਣ ਲਈ। ਬਿਲਕੁਲ ਢਿੱਲੋਂ ਸਾਹਿਬ, ਅੱਜ ਹੀ ਇੱਕ ਸਰਵੇ ਆਇਆ ਵਾ ਕਿ ਰੀਅਲ ਏਸਟੇਟ ਦੀ ਬਹੁਤ ਤਗੜੀ ਕੰਪਨੀਆਂ ਜਿਨ੍ਹਾਂ ਨੇ ਅਲਬਰਟਾ ਦੇ ਵਿੱਚ ਇੱਕ ਸਰਵੇ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਪਾਇਆ ਕਿ ਅੱਜ ਵੀ ਅਗਰ ਮੇਜਰ ਸਿਟੀਜ਼ ਦੀ ਗੱਲ ਕਰੀਏ ਤਾਂ ਕੈਲਗਰੀ ਜਿਹੜਾ ਵਨ ਆਫ ਦਾ ਮੋਸਟ ਅਫੋਰਡੇਬਲ ਸਿਟੀ ਹੈ। ਠੀਕ ਹੈ ਜੀ। ਠੀਕ ਹੈ ਜੀ। ਕਿਉਂਕਿ ਅੱਜ ਵੀ ਦੇਖੋ ਰੀਅਲ ਏਸਟੇਟ ਦੇ ਵਿੱਚ ਅਗਰ ਕਿਸੇ ਨੇ ਮੂਵ ਹੋਣਾ, ਔਰ ਬਹੁਤ ਲੋਕ ਮੂਵ ਹੋ ਰਹੇ ਨੇ, ਕਿਉਂਕਿ ਇਹ ਰੋਜ਼ ਕਲਾਇੰਟਸ ਨਾਲ ਗੱਲ ਕਰਦੇ ਹਾਂ, ਮੈਂ ਤੁਹਾਨੂੰ ਦੱਸ ਰਿਹਾ ਕੱਲ੍ਹ ਵੀ ਮੇਰੇ ਇੱਕ ਜਾਣ ਪਹਿਚਾਣ ਦੇ ਫੋਨ ਆਇਆ ਟੋਰਾਂਟੋ ਤੋਂ, ਜੋ ਸਿਚੁਏਸ਼ਨ ਉਹ ਟੋਰਾਂਟੋ ਦੀ ਦੱਸ ਰਿਹਾ ਸਾਨੂੰ ਕਿ ਹੈਰਾਨੀ ਹੁੰਦੀ ਹੈ। ਉਹ ਕਹਿੰਦੇ ਕਿ ਇਕੱਲੀ ਰੀਅਲ ਏਸਟੇਟ ਦੇ ਵਿੱਚ ਬਿਡਿੰਗ ਨਹੀਂ ਹੋ ਰਹੀ, ਰੈਂਟਲ ਦੇ ਵਿੱਚ ਵੀ ਬਿਡਿੰਗ ਹੋ ਰਹੀ ਹੈ। ਅੱਛਾ ਜੀ। ਮਤਲਬ ਜਿਹੜੀ ਸਪੇਸ ਅਵੇਲੇਬਲ ਆ ਉਹਦੇ ਵੀ 2 ਜਾਂ 3 ਜਾਂ 4 ਜਿਹੜੇ ਨੇ ਉਹ ਬਿਲਕੁਲ। ਉਹ ਕਹਿੰਦੇ ਜੀ ਸਾਨੂੰ ਹਰ ਸਾਲ ਇਹ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਮੰਨ ਲਓ ਕੋਈ ਅਗਰ ਰੈਂਟਲ ਪ੍ਰੋਪਰਟੀ ਆਉਂਦੀ ਹੈ, ਸੇ $2500 ਦੀ ਐਡਵਰਟਾਈਜ਼ ਕੀਤੀ ਹੈ, ਅਸੀਂ ਜਾ ਕੇ ਉਹਨਾਂ ਨੂੰ ਆਫਰ ਦੇ ਕੇ ਆਉਂਦੇ ਹਾਂ 2500 ਦੇ, ਹੋ ਸਕਦਾ 2 ਘੰਟੇ ਬਾਅਦ ਫੋਨ ਆਇਆ ਜੀ ਇੱਕ 2700 ਵਾਲਾ ਵੀ ਆ ਗਿਆ।
ਠੀਕ ਹੈ। ਸੋ ਰੈਂਟਲ ਬਿਡਿੰਗ ਵੀ ਹੋ ਰਹੀ ਹੈ ਮਤਲਬ ਮਲਟੀਪਲ ਆਫਰਸ ਜਿਹੜੀਆਂ ਨੇ ਉਹ ਅਵੇਲੇਬਲ ਨੇ ਐਟ ਅ ਹਾਇਰ ਪ੍ਰਾਈਸ। ਹੈਟਰ ਪੈ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਹੜੇ ਅੱਜ ਡਾਟਾਜ਼ ਆਏ ਨੇ ਫੈਬਰਰੀ ਦੇ ਵਿੱਚ ਜਿਹੜੇ ਪ੍ਰਾਈਸਿਸ ਸੀਗੇ ਵੈਨਕੂਵਰ ਦੇ ਵਿੱਚ ਸਿੰਗਲ ਡਿਟੈਚਡ ਹੋਮ ਦੇ ਉਹ 1.625 ਮਿਲੀਅਨ ਨੂੰ ਟੱਚ ਕਰ ਗਿਆ ਐਵਰੇਜ ਪ੍ਰਾਈਸ ਵਿਚ ਇਜ਼ ਵੈਰੀ ਅਨਅਫੋਰਡੇਬਲ ਫॉर ਅ ਪਰਸਨ ਜਿਹਨੇ ਰੀਅਲ ਸਟੇਟ ਦੇ ਵਿੱਚ ਵਿਚਾਰੇ ਨੇ ਜੇ ਘਰ ਨਹੀਂ ਲਿਆ ਔਰ ਉਹਨੇ ਐਂਟਰ ਕਰਨਾ ਵਾ ਤਾਂ ਉਹ ਕਦੀ ਵੀ 1.62 ਲਈ ਕੁਆਲੀਫਾਈ ਨਹੀਂ ਕਰ ਸਕੇਗਾ। ਪਰ ਇਹਦਾ ਮਤਲਬ ਤਾਂ ਫਿਰ ਚੀਮਾ ਸਾਹਿਬ ਇਹ ਹੋ ਗਿਆ ਕਿ ਇਹ ਇੱਕ ਟੈਂਪਰੇਰੀ ਫੇਜ਼ ਹੈਗੀ ਆ। ਬਿਲਕੁਲ ਅਸੀਂ ਇਹਨੂੰ ਇਹ ਨਹੀਂ ਮੰਨ ਸਕਦੇ ਕਿ ਅਗਰ ਰੀਅਲ ਅਸਟੇਟ ਅੱਜ ਉੱਪਰ ਜਾ ਰਹੀ ਆ ਤੇ ਐਵਰੀਥਿੰਗ ਇਜ਼ ਗੁੱਡ, ਵੀ ਆਪਾਂ ਇਹਨੂੰ ਕਹੀਏ ਕਿ ਐਵਰੀਥਿੰਗ ਇਜ਼ ਹੰਕੀ ਡੋਰੀ, ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਇਕਨੋਮੀ ਇਜ਼ ਗੁੱਡ, ਥਿੰਗਸ ਆਰ ਮੂਵਿੰਗ ਪੋਜ਼ਿਟਿਵ। ਜਿਹੜੀ ਡਿਮਾਂਡ ਔਰ ਸਪਲਾਈ ਹੈਗੀ ਹੈ, ਅਗਰ ਤੁਸੀਂ ਘਰ ਦੇ ਪੱਖੋਂ ਦੇਖੋ ਤੇ ਮੈਂ ਡੇਟਾ ਸਟੱਡੀ ਕਰ ਰਿਹਾ ਸੀਗਾ ਕਿ ਅੰਡਰ 2 ਮੰਥਸ ਇਨਵੈਂਟਰੀ ਜਿਹੜੀ ਹੈਗੀ ਆ ਉਹ ਰੋਟੇਟ ਹੋ ਰਹੀ ਆ ਜਾਂ ਸਪਲਾਈ ਜਿਹੜੀ ਆ ਉਸ ਪੋਜੀਸ਼ਨ 'ਚ ਹੈਗੀ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਫॉर ਦਾ ਟਾਈਮ ਬੀਇੰਗ ਕਿ ਐਵਰੀਥਿੰਗ ਇਜ਼ ਨਾਈਸ ਤੇ ਵੀ ਸ਼ੁੱਡ ਗੋ ਫੁੱਲ ਬਲਾਸਟ ਕਿ ਅਗਰ ਆਪਾਂ ਅੱਜ ਪ੍ਰੋਪਰਟੀ ਅਗਰ ਲੈਣੀ ਹੈ ਤੇ ਸਾਨੂੰ ਲੈ ਲੈਣੀ ਚਾਹੀਦੀ ਹੈ। ਤੇ ਇੱਥੇ ਇੱਕ ਬਹੁਤ ਇੰਪੋਰਟੈਂਟ ਤੁਸੀਂ ਜ਼ਿਕਰ ਪਹਿਲਾਂ ਵੀ ਆਪਣੀ ਡਿਸਕਸ਼ਨ ਵਿੱਚ ਕੀਤਾ, ਜਿੱਥੇ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਫਸਟ ਟਾਈਮ ਬਾਇਰ ਹੈਗਾ ਆ ਉਹ ਇੱਕ ਬਹੁਤ ਵੱਡਾ ਫੈਕਟਰ ਆ ਰੀਅਲ ਅਸਟੇਟ ਨੂੰ ਮੂਵਮੈਂਟ 'ਚ ਰੱਖਣ ਲਈ। ਤੇ ਤੁਸੀਂ ਫਸਟ ਟਾਈਮ ਬਾਇਰ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਜੀ? ਚਲੋ ਸਰ, ਮੇਰੀ ਫਸਟ ਟਾਈਮ ਬਾਇਰ ਨੂੰ ਇਹੀ ਐਡਵਾਈਸ ਹੈਗੀ ਹੈ ਕਿ ਅਗਰ ਉਹ ਇਸ ਟਾਈਮ ਤੇ ਮਾਰਕੀਟ 'ਚ ਐਂਟਰ ਕਰਨਾ ਚਾਹੁੰਦਾ ਹੈ ਤਾਂ ਇਟਸ ਅ ਗੁੱਡ ਟਾਈਮ ਫॉर ਹਿਮ। ਉਹਦੇ ਵਾਸਤੇ ਇਹ ਹੈ ਕਿ ਜੇ ਮੰਨ ਲਓ ਵੇਟ ਕਰਦਾ ਵਾ ਤਾਂ ਹੋ ਸਕਦਾ ਆਉਣ ਵਾਲੇ 2-4 ਮਹੀਨਿਆਂ ਵਿੱਚ ਜਦੋਂ ਤੱਕ ਇਹ ਪੈਂਡੈਮਿਕ, ਜਦੋਂ ਤੱਕ ਦੇਖੋ ਗਵਰਨਮੈਂਟ ਏਡ ਅਜੇ ਵੀ ਚੱਲ ਰਹੀ ਹੈ ਜੀ, ਚੱਲ ਰਹੀ ਹੈ ਜੀ, ਠੀਕ ਹੈ, ਉਹ ਐਕਸਟੈਂਡ ਕਰ ਰਿਹਾ ਮੋਸਟ ਪ੍ਰੋਬਬਲੀ ਲੱਗ ਰਿਹਾ ਕਿ ਸਤੰਬਰ ਤੱਕ ਖਿੱਚ ਜਾਣੀ, ਕਿਉਂਕਿ ਤੁਸੀਂ ਪੋਲੀਟੀਕਲ ਐਨਾਲਿਸਟ ਦਾ ਇਹ ਵੀ ਕਹਿਣਾ ਵਾ ਵੀ ਹੋ ਸਕਦਾ ਇਸ ਸਾਲ ਫੈਡਰਲ ਗਵਰਨਮੈਂਟ ਇਲੈਕਸ਼ਨਾਂ ਵੀ ਡਿਕਲੇਅਰ ਕਰ ਸਕਦੀ ਹੈ। ਬਿਲਕੁਲ ਜੀ, ਉਮੀਦ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਹੋਇਆ ਆਪਾਂ ਕਹਿ ਸਕਦੇ ਹਾਂ ਕਿ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਉਹ ਲੋਕਾਂ ਦੇ ਪੱਖ ਵਿੱਚ ਹੀ ਹੋਣਗੀਆਂ। ਸੋ ਫਸਟ ਟਾਈਮ ਹੋਮ ਬਾਇਰ ਲਈ ਇੱਕ ਚੰਗਾ ਟਾਈਮ ਹੈ ਜੇ ਅਗਰ ਉਹ ਪ੍ਰੀ ਅਪਰੂਵਡ ਹੈਗੇ ਨੇ ਜੀ, ਕਿਉਂਕਿ ਸਭ ਤੋਂ ਵੱਡੀ ਗਲਤੀ ਜਿਹੜੀ ਫਸਟ ਟਾਈਮ ਹੋਮ ਬਾਇਰ ਇਹ ਕਰਦੇ ਆ ਜਦੋਂ ਬਿਨਾਂ ਪ੍ਰੀ ਅਪਰੂਵ ਹੋਇਆ ਆਪਾਂ ਮਾਰਕੀਟ ਵਿੱਚ ਜਾ ਕੇ ਘਰ ਲੱਭਣਾ ਸ਼ੁਰੂ ਕਰ ਦਿੰਦੇ ਆ। ਇਹੋ ਜਿਹੀ ਮਾਰਕੀਟ ਵਿੱਚ ਜਿੱਥੇ ਅੱਜ ਮਤਲਬ ਇੰਨੇ ਨੰਬਰ ਆਫ ਬਾਇਰਸ ਵੱਧ ਚੁੱਕੇ ਨੇ, ਉੱਥੇ ਜੇ ਅਗਰ ਤੁਹਾਡੇ ਕੋਲ ਪ੍ਰੀ ਅਪਰੂਵਡ ਤੁਸੀਂ ਹੈਗੇ ਤਾਂ ਤੁਹਾਡੇ ਕੋਲ ਇੱਕ ਐਜ ਹੈਗਾ ਵਾ ਕਿ ਤੁਹਾਡੀ ਜਿਹੜੀ ਆਫਰ ਨੂੰ ਇੱਕ ਸੀਰੀਅਸਲੀ ਲਏਗਾ ਸੈਲਰ ਨੂੰ, ਔਰ ਇੱਕ ਉਹ ਤੋਂ ਐਜ ਹੈਗਾ। ਸੋ ਮੇਰੀ ਫਸਟ ਟਾਈਮ ਹੋਮ ਬਾਇਰ ਨੂੰ ਇਹੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਆਪਣੇ ਆਪ ਨੂੰ ਪ੍ਰੀ ਅਪਰੂਵ ਕਰੋ, ਤਾਂ ਕਿ ਪ੍ਰੀ ਅਪਰੂਵਡ ਹੋਣ ਦਾ 3 ਚੀਜ਼ਾਂ ਦਾ ਫਾਇਦਾ ਹੁੰਦਾ ਹੈ। ਪਹਿਲੀ ਗੱਲ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡਾ ਬਜਟ ਕੀ ਹੈ, ਠੀਕ ਹੈ, ਤੁਸੀਂ ਤੁਹਾਡੀ ਲਿਮਿਟ ਕੀ ਹੈ, ਕਿੱਥੇ ਤੱਕ ਦਾ ਘਰ ਤੁਸੀਂ ਦੇਖ ਸਕਦੇ ਹੋ, ਤੇ ਉਹਦੇ ਹਿਸਾਬ ਨਾਲ ਤੁਸੀਂ ਪਲਾਨ ਕਰ ਸਕਦੇ ਹੋ। ਸੈਕੰਡ ਚੀਜ਼ ਤੁਹਾਨੂੰ ਪਤਾ ਲੱਗ ਜਾਂਦਾ, ਤੁਹਾਨੂੰ ਇੱਕ ਰਫਲੀ ਆਈਡੀਆ ਹੋ ਜਾਂਦਾ ਕਿ ਮੇਰੀਆਂ ਮੰਥਲੀ ਪੇਮੈਂਟਸ ਕਿੰਨੀਆਂ ਜਾਣਗੀਆਂ। ਔਰ ਜਿਹੜਾ ਥਰਡ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਕਿ ਉਹ ਇੰਸਟੀਚਿਊਟ ਤੁਹਾਨੂੰ 90 ਡੇਜ਼ ਲਈ ਜਾਂ 90 ਡੇਜ਼ ਤੋਂ ਜ਼ਿਆਦਾ ਵੀ ਉਸ ਰੇਟ ਉੱਤੇ ਤੁਹਾਨੂੰ ਲੌਕ ਇਨ ਕਰ ਦਿੰਦੇ ਆ। ਠੀਕ ਹੈ ਜੀ, ਮਤਲਬ ਤੁਹਾਡੇ ਕੋਲ ਅਪਰੂਵਡ ਰੇਟ ਹੁੰਦਾ ਹੈ ਤੇ ਤੁਸੀਂ ਉਹ, ਕਿਉਂਕਿ ਹੁਣ ਜੇ ਮੰਨ ਲਓ ਮਾਰਕੀਟ ਦੇ ਵਿੱਚ ਮੌਰਗੇਜ ਦੇ ਪ੍ਰਾਈਸਿਸ ਰੇਟ ਵੱਧਦੇ ਵੀ ਆ ਤਾਂ ਤੁਹਾਡੇ ਕੋਲ ਤਾਂ ਆਲਰੇਡੀ ਪ੍ਰੀ ਅਪਰੂਵਡ ਹੋ, ਤੁਸੀਂ 90 ਤੋਂ ਲੈ ਕੇ 120 ਡਿਪੈਂਡ ਕਰਦਾ ਲੈਂਡਰ ਟੂ ਲੈਂਡਰ, ਤੁਹਾਡੇ ਕੋਲ ਲੌਕ ਇਨ ਪੀਰੀਅਡ ਹੈਗਾ ਤਾਂ ਉਸ ਰੇਟ ਤੇ ਹੀ ਤੁਹਾਨੂੰ ਉਹ ਮੌਰਗੇਜ ਮਿਲੇਗੀ। ਤੇ ਚੀਮਾ ਸਾਹਿਬ, ਤੁਸੀਂ ਅੱਜ ਸਾਡੇ ਸਟੂਡੀਓ ਆਏ ਔਰ ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ ਨੇ, ਸਾਡੇ ਨਾਲ ਸ਼ੇਅਰ ਕੀਤੀਆਂ ਨੇ ਰੀਅਲ ਅਸਟੇਟ ਤੇ, ਔਰ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਐਡਵਾਈਸ ਤੁਸੀਂ ਫਸਟ ਟਾਈਮ ਬਾਇਰ ਨੂੰ ਖਾਸ ਤੌਰ ਤੇ ਦਿੱਤੀ ਹੈ, ਉਹ ਅਗਰ ਜਿਹੜੇ ਫਸਟ ਟਾਈਮ ਬਾਇਰ ਅਗਰ ਆਪਣੇ ਵਿਊਅਰ ਹੈਗੇ ਨੇ ਉਹ ਦੇਖ ਰਹੇ ਨੇ ਤੇ ਮੈਨੂੰ ਉਮੀਦ ਹੈਗੀ ਹੈ ਕਿ ਤੁਸੀਂ ਇਹਨਾਂ ਦੀ ਸਲਾਹ ਤੋਂ ਫਾਇਦਾ ਉਠਾਓਗੇ। ਔਰ ਅਗਰ ਫਿਰ ਵੀ ਤੁਹਾਡਾ ਕੋਈ ਐਸਾ ਕੁਐਸਚਨ ਹੈਗਾ ਆ ਜਿਹੜਾ ਤੁਹਾਨੂੰ ਲੱਗਦਾ ਆ ਕਿ ਅਨਆਨਸਰਡ ਗਿਆ ਆ, ਤੇ ਤੁਸੀਂ ਇਸ ਸਕਰੀਨ ਦੇ ਉੱਤੇ ਇਹਨਾਂ ਦਾ ਜਿਹੜਾ ਨੰਬਰ ਹੈਗਾ ਆ ਉਹ ਡਿਸਪਲੇ ਤੇ ਹੈਗਾ, ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਕੋਲ ਆਪਣੇ ਜਿਹੜੇ ਵੀ ਡਾਊਟਸ ਹੈਗੇ ਨੇ ਉਹ ਕਲੀਅਰ ਕਰ ਸਕਦੇ ਹੋ, ਪਲੱਸ ਇਹਨਾਂ ਦੀ ਹੈਲਪ ਲੈ ਸਕਦੇ ਹੋ ਆਪਣਾ ਡ੍ਰੀਮ ਹੋਮ ਬਾਏ ਕਰਨ ਵਾਸਤੇ। ਤੇ ਚੀਮਾ ਸਾਹਿਬ, ਤੁਸੀਂ ਸਟੂਡੀਓ ਆਏ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਤੇ ਆਪਾਂ ਇਸੇ ਟੌਪਿਕ ਦੇ ਉੱਤੇ ਜੀ ਫਿਰ ਛੇਤੀ ਤੁਹਾਨੂੰ ਫਿਰ ਇੱਕ ਵਾਰ ਦਾਵਤ ਦੇਵਾਂਗੇ। ਬਿਲਕੁਲ, ਥੈਂਕ ਯੂ ਸੋ ਮਚ ਢਿੱਲੋਂ ਸਾਹਿਬ। ਓਕੇ ਚੀਮਾ ਸਾਹਿਬ, ਮਿਹਰਬਾਨੀ ਜੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।